ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਖਿਆ ਦੇ ਸ਼ਬਦ ਬਾਣੀ ਦੀ ਸੰਥਿਆ ਜੋ ਕਿ ਆਪਾਂ ਕੀਰਤਨ ਸੋਹਿਲਾ ਬਾਣੀ ਤੋਂ ਪਹਿਲਾਂ ਸੌਣ ਵੇਲੇ ਇਹਨਾਂ ਸ਼ਬਦਾਂ ਦਾ ਪਾਠ ਕਰਦੇ ਹਾਂ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ। ਇਹ ਸੰਸਕ੍ਰਿਤੀ ਦੇ ਵਿੱਚੋਂ ਜਿਹੜੇ ਨੇ ਪਾਠ ਲਏ ਗਏ ਹਨ। ਸਿਰ ਮਸਤਕ, ਮੰਮਾ ਸੱਸਾ, ਸੱਸੇ ਦੇ ਪੈਰ ਵਿੱਚ ਤੱਤਾ ਤੇ ਕੱਕਾ। ਇੱਥੇ ਮਸਤਕ ਪੜ੍ਹਨਾ ਹੈ। ਜਿਸ ਤਰ੍ਹਾਂ ਪਾਠ ਆਪਾਂ ਦੁਸਟ ਕਰਦੇ ਹਾਂ, ਦੁਸਟ ਸੱਸੇ ਨੂੰ ਪੂਰਾ ਲਾਉਂਦੇ ਹਾਂ, ਇਸੇ ਤਰ੍ਹਾਂ ਅਸ਼ਟਪਦੀ ਕਰਦੇ ਹਾਂ। ਉੱਥੇ ਆਪਾਂ ਦੁਸਟ ਜਾਂ ਅਸ਼ਟਪਦੀ ਅਕਸਰ ਆਪਾਂ ਪੜ੍ਹਦੇ ਸੁਣਦੇ ਵੇਖੇ ਨੇ ਗੁਰਮੁਖ ਜਨ। ਜੇ ਇਸ ਤਰ੍ਹਾਂ ਪਾਠ ਕਰਾਂਗੇ ਤਾਂ ਸੱਸਾ ਅੱਧਾ ਲੱਗੇਗਾ, ਪਰ ਇੱਥੇ ਮਸਤਕ ਦੇ ਵਿੱਚ ਸੱਸਾ ਅੱਧਾ ਹੀ ਲਾਉਣਾ ਹੈ, ਕਿਉਂਕਿ ਤੱਤਾ ਪੈਰ ਵਿੱਚ ਹੈ, ਤੱਤਾ ਪੂਰਾ ਬੋਲਿਆ ਜਾਏਗਾ, ਸੱਸਾ ਅੱਧਾ ਰਹਿ ਜਾਏਗਾ। ਮਸਤਕ ਮਸਤਕ ਮਸਤਕ, ਇਹਨੂੰ ਆਪਾਂ ਮਸਤਕ ਨਹੀਂ ਕਹਾਂਗੇ। ਜਿਸ ਤਰ੍ਹਾਂ ਆਪਾਂ ਦੁਸਟ ਜਾਂ ਅਸ਼ਟਪਦੀ ਕਹਿੰਦੇ ਹਾਂ, ਇੱਥੇ ਆਪਾਂ ਮਸਤਕ ਕਹਾਂਗੇ। ਸਿਰ ਮਸਤਕ ਰੱਖਿਆ, ਖੱਖੇ ਦੇ ਪੈਰ ਵਿੱਚ ਅੱਧਾ ਯਈਆ ਹੈ, ਇਸ ਲਈ ਖੱਖੇ ਨੂੰ ਸਿਹਾਰੀ ਲੱਗੇਗੀ ਅਤੇ ਐੜੇ ਨੂੰ ਕੰਨਾ। ਇਹਦੇ ਬੋਲਣ ਦੀ ਜੋ ਵਿਧੀ ਹੈ, ਰੱਖਿਆ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਉਸੇ ਤਰ੍ਹਾਂ ਜਿਸ ਤਰ੍ਹਾਂ ਮਸਤ ਪੜ੍ਹਿਆ ਸੀ ਉਸੇ ਤਰ੍ਹਾਂ ਹਸਤ, ਹਸਤ ਨਹੀਂ ਕਹਿਣਾ ਗਾ, ਇੱਥੇ ਸੱਸਾ ਪੂਰਾ ਨਹੀਂ ਲਾਉਣਾ। ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ, ਪਰਮੇਸ਼ੁਰ ਹੈ। ਸੱਸੇ ਦੇ ਪੈਰ ਵਿੱਚ ਵਾਵਾ ਹੈ, ਇਸ ਕਰਕੇ ਸੱਸੇ ਨੂੰ ਔਂਕੜ ਲੱਗੇਗੀ, ਅੱਗੇ ਐੜਾ ਨਿਕਲੇਗਾ। ਪਰਮੇਸ਼ੁਰ ਹੈ, ਪਰਮੇਸ਼ੁਰ ਹੈ, ਸੱਸੇ ਨੂੰ ਔਂਕੜ, ਐੜਾ ਰਾਰਾ ਹਾਹਾ ਮੁਕਤਾ। ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ। ਫਿਰ ਧਿਆਨ ਦੇਣਾ, ਸਿਰ ਮਸਤਕ, ਮਸਤਕ ਸੱਸਾ ਅੱਧਾ ਰੱਖਣਾ, ਤੱਤਾ ਪੂਰਾ ਬੋਲਣਾ ਹੈ, ਤੱਤਾ ਪੈਰ ਵਿੱਚ ਹੈ। ਰੱਖਿਆ, ਖੱਖੇ ਨੂੰ ਸਿਹਾਰੀ ਤੇ ਐੜੇ ਕੰਨਾ, ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਉਸੇ ਤਰ੍ਹਾਂ ਹਾਹਾ ਸੱਸਾ ਅੱਧਾ, ਤੱਤਾ ਪੂਰਾ। ਹਸਤ ਕਾਇਆ ਰੱਖਿਆ, ਖੱਖੇ ਨੂੰ ਸਿਹਾਰੀ ਐੜੇ ਕੰਨਾ, ਪਰਮੇਸ਼ੁਰ ਹੈ। ਪੱਪਾ ਰਾਰਾ ਮੰਮੇ ਨੂੰ ਲਾਂ, ਸੱਸੇ ਨੂੰ ਔਂਕੜ, ਐੜਾ ਮੁਕਤਾ, ਰਾਰਾ ਤੇ ਹਾਹਾ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਆਤਮ ਰੱਖਿਆ, ਰੱਖਿਆ ਖੱਖੇ ਨੂੰ ਸਿਹਾਰੀ ਲਾ ਕੇ ਐੜੇ ਕੰਨਾ, ਗੋਪਾਲ ਸੁਆਮੀ। ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਜਗਦੀਸ਼ਵਰ ਹੈ। ਸਰਬ ਰੱਖਿਆ ਗੁਰ ਦਇਆਲ ਹੈ, ਭੈ ਦੂਖ ਬਿਨਾਸਨ ਹੈ। ਸਰਬ ਰੱਖਿਆ ਗੁਰ ਦਇਆਲ ਹੈ, ਭੈ ਦੂਖ ਬਿਨਾਸਨ ਹੈ। ਭਗਤ ਵਛਲ ਅਨਾਥ ਨਾਥੇ, ਸਰਣ ਨਾਨਕ ਪੁਰਖ ਅਚੁੱਤ ਹੈ। ਭਗਤ ਵਛਲ, ਵਛਲ ਪਾਠ ਕਰਨਾ ਹੈ। ਭਗਤ ਵਛਲ ਅਨਾਥ ਨਾਥੇ, ਸਰਣ ਨਾਨਕ ਪੁਰਖ ਅਚੁੱਤ ਹੈ। ਅਚੁੱਤ ਹੈ ਨਹੀਂ ਕਹਿਣਾ, ਹਾਹੇ ਨੂੰ ਦੁਲਾਈਆਂ ਨਹੀਂ ਲਾਉਣੀਆਂ। ਹਾਹੇ ਨੂੰ ਜਿਹੜਾ ਹੈ ਉਹ ਅੱਧੀ ਸਿਹਾਰੀ ਵਿੱਚ ਜਾਂ ਅਚੁੱਤ ਹੈ, ਇੰਨਾ ਕੁ ਆਪਾਂ ਬੋਲਣਾ ਹੈ। ਅਚੁੱਤ ਹੈ ਨਹੀਂ ਕਹਿਣਾ, ਅਚੁੱਤ ਹੈ ਕਹਾਂਗੇ ਤਾਂ ਹਾਹੇ ਨੂੰ ਦੁਲਾਵਾਂ ਲੱਗ ਜਾਏਗੀਆਂ। ਬਹੁਤ ਧਿਆਨ ਦੇ ਨਾਲੇ ਪਾਠ ਕਰਨੇ ਹਨ। ਘੋਰ ਦੁਖਿਅੰ ਅਨਕ ਹੱਤਿਅੰ, ਜਨਮ ਦਾਰਿਦਰੰ ਮਹਾ ਵਿਖਿਆਦੰ। ਇਹ ਵੀ ਬੜੇ ਧਿਆਨ ਨਾਲ ਪਾਠ ਕਰਨੇ ਹਨ। ਦੁਖਿਅੰ, ਖੱਖੇ ਨੂੰ ਸਿਹਾਰੀ ਤੇ ਐੜੇ ਦੇ ਉੱਪਰ ਟਿੱਪੀ ਆ ਜਾਏਗੀ। ਦੁਖਿਅੰ, ਦੱਦੇ ਨੂੰ ਔਂਕੜ, ਖੱਖੇ ਨੂੰ ਸਿਹਾਰੀ ਤੇ ਐੜੇ ਟਿੱਪੀ, ਕਿਉਂਕਿ ਖੱਖੇ ਦੇ ਪੈਰ ਵਿੱਚ ਯਈਆ ਹੈ। ਘੋਰ ਦੁਖਿਅੰ ਅਨਕ ਹੱਤਿਅੰ, ਤੱਤੇ ਦੇ ਪੈਰ ਵਿੱਚ ਵੀ ਅੱਧਾ ਯਈਆ ਹੈ, ਤੱਤੇ ਨੂੰ ਵੀ ਇਸੇ ਤਰ੍ਹਾਂ ਪੜ੍ਹਾਂਗੇ ਆਪਾਂ। ਤੱਤੇ ਨੂੰ ਸਿਹਾਰੀ ਤੇ ਅੱਗੇ ਐੜੇ ਨੂੰ ਟਿੱਪੀ। ਹੱਤਿਅੰ, ਹਾਹਾ ਤੱਤੇ ਨੂੰ ਸਿਹਾਰੀ ਐੜੇ ਟਿੱਪੀ, ਹੱਤਿਅੰ। ਜਨਮ ਦਾਰਿਦਰੰ, ਦਾਰਿਦਰੰ ਇਸ ਪਾਠ ਨੂੰ ਬੋਲਣ ਲੱਗਿਆਂ
ਦੱਦੇ ਕੰਨਾ ਪਹਿਲਾ ਜੋ ਹੈ ਉਹ ਅਗਲੇ 2 ਅੱਖਰਾਂ ਨਾਲੋਂ ਨਖੇੜ ਕੇ ਪੜ੍ਹਨਾ ਹੈ, ਥੋੜ੍ਹਾ ਜਿਹਾ ਪਹਿਲਾਂ। ਦਾਰਿਦ੍ਰੰ ਫਿਰ ਸੌਖਾ ਪੜ੍ਹਿਆ ਜਾਵੇਗਾ, ਨਹੀਂ ਤਾਂ ਕਈ ਗੁਰਮੁਖ ਜਨ ਇਸ ਸ਼ਬਦ ਦਾ ਉਚਾਰਨ ਕਰਨ ਲੱਗਿਆਂ ਬਹੁਤ ਭੁਲੇਖੇ ਵਿੱਚ ਰਹਿ ਜਾਂਦੇ ਨੇ, ਕੁਝ ਹੋਰ ਹੀ ਦਰਿਦਰਿੰਗ ਹੀ ਕਰ ਜਾਂਦੇ ਨੇ, ਜਾਂ ਬੋਲਣ ਵਿੱਚ ਉਚਾਰਨ ਵਿੱਚ ਕਰਨ ਵੇਲੇ ਬੜੀ ਦਿੱਕਤ ਆਉਂਦੀ ਹੈ। ਇਸ ਲਈ ਧਿਆਨ ਰੱਖਣਾ ਹੈ। ਦਾਰਿਦ੍ਰੰ ਦਾਰਿਦ੍ਰੰ ਇਸ ਤਰ੍ਹਾਂ ਪਾਠ ਕਰ ਸਕਦੇ ਹਾਂ। ਰਿਦ੍ਰੰ ਦਾਰਿਦ੍ਰੰ, ਰਿਦ੍ਰੰਗ ਦਾ ਅਭਿਆਸ ਪਹਿਲਾਂ ਕਰਿਓ, ਰਿਦ੍ਰੰ ਫਿਰ ਦਾ ਲਾਇਓ, ਅਤੇ ਜਦੋਂ ਇਕੱਠਾ ਕਰਾਂਗੇ ਦਾਰਿਦ੍ਰੰ, ਇਸ ਤਰ੍ਹਾਂ ਪਾਠ ਬਣੇਗਾ। ਮਹਾਂਬਿਖਿਆਦੰ ਮਹਾਂਬਿਖਿਆਦੰ, ਖੱਖੇ ਨੂੰ ਸਿਹਾਰੀ, ਐੜੇ ਟਿੱਪੀ, ਐੜੇ ਕੰਨਾ, ਦੱਦੇ ਨੂੰ ਟਿੱਪੀ। ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਨਾਨਕ 'ਤੇ ਵਿਸ਼ਰਾਮ ਲੱਗਣਾ ਹੈ। ਇਸ ਪੰਕਤੀ ਦਾ ਵਿਸ਼ਰਾਮ ਖਾਸ ਕਰਕੇ ਧਿਆਨ ਰੱਖਣਾ ਹੈ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਨਾਮ 'ਤੇ ਵਿਸ਼ਰਾਮ ਨਹੀਂ ਲਾਉਣਾ, ਨਾਨਕ 'ਤੇ ਵਿਸ਼ਰਾਮ ਲੱਗੇਗਾ। ਜੈਸੇ ਪਾਵਕ ਕਾਸਟ ਭਸਮੰ ਕਰੋਤ, ਇੱਥੇ ਹੁਣ ਸੱਸਾ ਪੂਰਾ ਬੋਲਣਾ ਹੈ। ਕਾਸਟ, ਇੱਥੇ ਕਾਸਟ ਨਹੀਂ ਕਹਿਣਾ। ਜੇ ਕਾਸਟ ਕਹਾਂਗੇ ਤਾਂ ਇਹ ਸਮਝੋ ਕਿ ਟੈਂਕਾ ਜਿਹੜਾ ਹੈ ਉਹ ਸੱਸੇ ਦੇ ਪੈਰ ਵਿੱਚ ਹੈ, ਤਾਂ ਸੱਸੇ ਨੂੰ ਆਪਾਂ ਅੱਧਾ ਕਰ ਰਹੇ ਹਾਂ। ਫਿਰ ਨਹੀਂ ਤਾਂ ਇਹ ਪਾਠ ਜਿਹੜਾ ਹੈ ਉਹ ਸੱਸਾ ਪੂਰਾ ਲਾ ਕੇ ਹੋਵੇਗਾ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸਟ ਭਸਮੰ ਕਰੋਤ। ਪਰ ਇੱਕ ਧਿਆਨ ਇਹ ਰੱਖਣਾ, ਸੱਸੇ ਨੂੰ ਪੂਰਾ ਬੋਲਣ ਦੇ ਚੱਕਰ ਵਿੱਚ ਇਹਨੂੰ ਆਪਾਂ ਬਹੁਤਾ ਜ਼ਿਆਦਾ ਵੀ ਦਾਬ ਦੇ ਕੇ ਨਾ ਪੜ੍ਹ ਲਈਏ। ਕਾਸਟ ਕਾਸਟ ਇਸ ਤਰ੍ਹਾਂ ਨਹੀਂ, ਇਹ ਥੋੜ੍ਹਾ ਜਿਹਾ ਓਪਰਾ ਹੋ ਜਾਏਗਾ ਪਾਠ। ਅੱਖਰ ਪੂਰੇ ਵੀ ਬੋਲਣੇ ਨੇ, ਲੈ ਵਿੱਚ ਵੀ ਬੋਲਣੇ ਨੇ, ਓਪਰੇ ਵੀ ਨਾ ਲੱਗਣ, ਇਹ ਵੀ ਧਿਆਨ ਵਿੱਚ ਰੱਖਣਾ ਹੈ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸਟ ਭਸਮੰ ਕਰੋਤ, ਇਸ ਤਰ੍ਹਾਂ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਚੌਕੀ ਚੱਚਾ ਮੁਕਤਾ, ਊੜੇ ਨੂੰ ਔਂਕੜ, ਕੱਕੇ ਨੂੰ ਬਿਹਾਰੀ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਅਬਿਨਾਸੀ। ਤਾਕੀ ਸੇਵ ਨ ਬਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ। ਪੰਜਵਾ ਕਹਿਣਾ ਹੈ, ਉੱਪਰ ਵੀ ਸੋਰਠ ਮਹੱਲਾ ਪੰਜਵਾ ਆਇਆ, ਅਤੇ ਹੁਣ ਬਿਲਾਵਲ ਮਹੱਲਾ ਪੰਜਵਾ। ਪੰਜਵਾਂ ਨਹੀਂ ਕਹਿਣਾ, ਵਾਵੇ ਕੰਨੇ ਨੂੰ ਬਿੰਦੀ ਨਹੀਂ ਲਾਉਣੀ, ਪੰਜਵਾ ਇਸ ਤਰ੍ਹਾਂ ਉਚਾਰਨ ਕਰਨਾ ਹੈ। ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਣਾਈ। ਇਹ ਪਾਠ ਇੱਥੇ ਲੱਗਈ ਹੈ, ਲਾਗਈ ਨਹੀਂ ਕਰਨਾ, ਲੱਲੇ ਨੂੰ ਕੰਨਾ ਨਹੀਂ ਲਾਉਣਾ। ਤਾਤੀ ਤੱਤੀ ਨਹੀਂ ਕਹਿਣਾ। ਕਈ ਗੁਰਮੁਖ ਜਨ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ, ਤੱਤੀ ਵਾਓ ਪਾਠ ਪੜ੍ਹ ਜਾਂਦੇ ਨੇ, ਤੱਤੀ ਵਾਓ ਨਾ ਲੱਗਈ ਨਹੀਂ, ਤਾਤੀ ਵਾਓ ਨਾ ਲੱਗਈ। ਲੱਗਈ ਈੜੀ ਨੂੰ ਬਿਹਾਰੀ ਜਿਹੜੀ ਹੈ, ਪਿੱਛੇ ਵੀ ਆਪਾਂ ਜੋ ਸੰਥਿਆ ਕੀਤੀ ਹੈ, ਨਿਤਨੇਮ ਦੀ ਸੰਥਿਆ ਆਪਾਂ 5 ਬਾਣੀਆਂ ਦੀ, ਰਹਿਰਾਸ ਸਾਹਿਬ ਦੀ ਪਿੱਛੇ ਕਰਕੇ ਆਏ ਹਾਂ। ਇਸ ਤਰ੍ਹਾਂ ਦੇ ਪਾਠ ਕਈ ਆ ਚੁੱਕੇ ਨੇ, ਉਹਨਾਂ ਪਾਠਾਂ ਦੇ ਉਚਾਰਨ ਵੀ ਦੱਸੇ ਜਾ ਚੁੱਕੇ ਨੇ, ਜੋ ਕਿ ਇਸ ਲਿੰਕ ਦੇ ਵਿੱਚ, ਡਿਸਕ੍ਰਿਪਸ਼ਨ ਦੇ ਵਿੱਚ ਉਹ ਲਿੰਕ ਵੀ ਸਾਂਝੇ ਕੀਤੇ ਜਾਣਗੇ ਨਿਤਨੇਮ ਦੇ, ਉਹ ਵੀ ਆਪ ਸ਼ਰਵਣ ਕਰ ਸਕਦੇ ਹੋ। ਤਾਤੀ ਵਾਓ ਨਾ ਲੱਗਈ,
पार ब्रह्म सरनाई। चौगिरद हमारे राम कार, कार ਦੇ ਉੱਪਰ ਵਿਸ਼ਰਾਮ ਆਏਗਾ। ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ। ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ। ਏਕਾ ਲਿਵ ਲਾਈ। ਰਹਾਉ, ਹਰਾਉ ਨਹੀਂ ਕਹਿਣਾ, ਰਹਾਉ। ਰਾਰਾ ਪਹਿਲਾਂ ਲਾਉਣਾ ਹੈ, ਹਾਹਾ ਬਾਅਦ ਵਿੱਚ। ਕਈ ਗੁਰਮੁਖ ਜਨ ਹਰਾਓ ਕਹਿ ਦਿੰਦੇ ਨੇ, ਹਰਾਓ ਨਹੀਂ, ਰਹਾਓ। ਰਹਾਓ, ਰਹਾਓ ਦਾ ਅਰਥ ਹੈ ਟਿਕਾ, ਟਿਕਣਾ, ਰੁਕਣਾ। ਕਿ ਇੱਥੇ ਇਸ ਸ਼ਬਦ ਦਾ ਕੇਂਦਰੀ ਭਾਵ ਹੈ, ਕੇਂਦਰੀ ਧੁਰਾ ਹੈ, ਰੁਕੋ। ਇਹਨਾਂ ਪੰਕਤੀਆਂ ਦੇ ਆਲੇ ਦੁਆਲੇ ਹੀ ਸਾਰਾ ਸ਼ਬਦ ਘੁੰਮ ਰਿਹਾ ਹੈ। ਰਹਾਓ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਇਹ ਬਚਨ ਵੀ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ। ਰਹਾਓ ਦਾ ਅਰਥ ਹੈ ਰੁਕੋ, ਟਿਕੋ। ਰਾਖ ਲੀਏ ਤਿਨ ਰੱਖਣ ਹਾਰ। ਰੱਖਣ ਨੰਨਾ ਹੈ, ਨਾਣਾ ਨਹੀਂ ਲਾਉਣਾ, ਰੱਖਣ ਹਾਰ ਨਹੀਂ ਕਹਿਣਾ, ਰੱਖਣ ਹਾਰ ਨੰਨਾ ਲਾ ਕੇ ਬਹੁਤ ਧਿਆਨ ਰੱਖਣਾ। ਰਾਖ ਲੀਏ ਤਿਨ ਰੱਖਣ ਹਾਰ, ਰੱਖਣ ਨਹੀਂ ਕਹਿਣਾ। ਦੁਬਾਰਾ ਫਿਰ ਬੇਨਤੀ ਹੈ, ਕਿਉਂਕਿ ਜਦੋਂ ਅਸੀਂ ਗੁਰਬਾਣੀ ਸਾਨੂੰ ਇੱਕ ਵਾਰ ਕੰਠ ਹੋ ਜਾਂਦੀ ਹੈ, ਇੱਕ ਤਾਂ ਉਹ ਗੁਰਮੁਖ ਜਨ ਜਿਹੜੇ ਨਵੇਂ ਨੇ ਉਹ ਤਾਂ ਗਲਤੀ ਕਰਨ, ਸੁਭਾਵਿਕ ਹੈ। ਪਰ ਕਈ ਜਿਨ੍ਹਾਂ ਗੁਰਮੁਖਾਂ ਨੇ ਸੰਥਿਆ ਵੀ ਕੀਤੀ ਹੁੰਦੀ ਹੈ ਅਤੇ ਕਈ ਸਾਲਾਂ ਤੋਂ ਗੁਰਬਾਣੀ ਕੰਠ ਹੀ ਪੜ੍ਹਦੇ ਨੇ, ਇੱਕ ਸੁਭਾਅ ਬਣ ਜਾਂਦਾ ਹੈ। ਨਿਤਨੇਮ ਦੀਆਂ ਬਾਣੀਆਂ, ਸਵੇਰ ਦੀ ਸੰਥਿਆ ਵੀ ਕੰਠ ਕਰਨੀ, ਸ਼ਾਮ ਦੀ ਸਵੇਰ ਦਾ ਨਿਤਨੇਮ ਵੀ ਕੰਠ, ਸ਼ਾਮ ਦਾ ਨਿਤਨੇਮ ਵੀ ਬਿਨਾਂ ਵੇਖੀਆਂ ਤੋਂ ਗੁਟਕਾ ਸਾਹਿਬ ਤੋਂ ਕਰਨਾ, ਇਹ ਸੁਭਾਅ ਬਣ ਜਾਂਦਾ ਹੈ। ਪਰ ਮੈਂ ਇੱਕ ਬੇਨਤੀ ਕਰਾਂ, ਘੱਟੋ ਘੱਟ ਹਫ਼ਤੇ ਵਿੱਚ ਇੱਕ ਦਿਨ ਜਿਨ੍ਹਾਂ ਗੁਰਮੁਖਾਂ ਨੂੰ ਗੁਰਬਾਣੀ ਕੰਠ ਹੈ, ਯਾਦ ਹੈ, ਇੱਕ ਦਿਨ ਗੁਟਕਾ ਸਾਹਿਬ ਤੋਂ ਵੇਖ ਕੇ ਬੋਲ ਕੇ ਜ਼ਰੂਰ ਕਰਿਆ ਕਰਨ। ਕਿਉਂਕਿ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਊਣਤਾਈਆਂ ਸਾਡੇ ਤੋਂ ਪਾਠ ਕਰਨ ਵੇਲੇ ਰਹਿ ਜਾਂਦੀਆਂ ਨੇ, ਕਈ ਵਾਰ ਵਿਸ਼ਰਾਮਾਂ ਦੀ, ਕਈ ਵਾਰ ਲਗ ਮਾਤਰਾਂ ਦੀ, ਕਈ ਵਾਰ ਪਾਠ ਕਰਦਿਆਂ ਕੁਝ ਸ਼ਬਦ, ਕੁਝ ਪੰਕਤੀਆਂ ਵੀ ਸਾਡੀਆਂ ਜਿਹੜੀਆਂ ਨੇ ਵਿਸਰ ਜਾਂਦੀਆਂ ਨੇ। ਇਸ ਤਰ੍ਹਾਂ ਵੀ ਹੋ ਜਾਂਦਾ ਹੈ। ਇਸ ਲਈ ਜਿਨ੍ਹਾਂ ਨੂੰ ਗੁਰਬਾਣੀ ਕੰਠ ਹੈ ਉਹ ਹਫ਼ਤੇ ਵਿੱਚੋਂ ਘੱਟੋ ਘੱਟ ਇੱਕ ਦਿਨ ਗੁਰਬਾਣੀ ਨੂੰ ਗੁਟਕਾ ਸਾਹਿਬ ਤੋਂ ਦਰਸ਼ਨ ਕਰਦਿਆਂ ਹੋਇਆਂ ਬੋਲ ਕੇ ਕਰਨ, ਤਾਂ ਕਿ ਜੋ ਆਪਣਾ ਰੋਜ਼ਾਨਾ ਦਾ ਸੁਭਾਅ ਬਣਿਆ ਅਤੇ ਸਾਨੂੰ ਪਤਾ ਲੱਗੇ ਅਸੀਂ ਕਿੱਥੇ ਗਲਤੀ ਕਰਦੇ ਹਾਂ। ਜਿਵੇਂ ਹੁਣ ਇਹ ਪਾਠ ਹੈ, ਰਾਖ ਲਈਏ ਤਿਨ ਰੱਖਣ ਹਾਰ, ਇਹ ਨੰਨੇ ਨਾਲ ਹੈ, ਪਰ ਜਦੋਂ ਧਿਆਨ ਨਹੀਂ ਦਿੰਦੇ ਤਾਂ ਰੱਖਣ ਹਾਰ ਨਾਣੇ ਨਾਲ ਉਚਾਰਨ ਹੋ ਜਾਂਦਾ ਹੈ। ਨੰਨੇ ਨਾਲ ਪਾਠ ਕਰਨਾ ਹੈ। ਸਭ ਬਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ। ਪ੍ਰਭ ਭਏ ਸਹਾਈ। ਕਹੋ ਨਾਨਕ ਕਿਰਪਾ ਭਈ, ਇੱਥੇ ਕਿਰਪਾ ਨਹੀਂ ਕਰਨਾ, ਇੱਥੇ ਰਾਰਾ ਪੂਰਾ ਹੈ, ਕੱਕਾ ਵੀ ਪੂਰਾ ਹੈ। ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਪਹਿਲੀ ਪੰਕਤੀ ਵਿੱਚ ਪਾਠ ਸਾਧੂ ਥੋੜ੍ਹਾ ਜਿਹਾ ਕੱਸ ਕੇ ਕਰਾਂਗੇ ਤਾਂ ਧੰਦਾ ਲੱਗੇਗਾ। ਫਿਰ ਗੋਬਿੰਦ, ਇੱਥੇ ਕੋਈ ਟਿੱਪੀ ਜਾਂ ਬਿੰਦੀ ਨਹੀਂ ਆਈ, ਇਸ ਲਈ ਗੋਬਿੰਦ ਹੀ ਪੜ੍ਹਾਂਗੇ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਪਹਿਲੀ ਪੰਕਤੀ ਵਿੱਚ ਬਹੁਤਾਤ ਜਿੰਨੇ ਵੀ ਸ਼ਬਦ ਆਏ ਨੇ ਨੰਨੇ ਦੇ ਨਾਲ ਪਾਠ ਕਰਨਾ ਹੈ। ਪਰ ਦੂਸਰੀ ਪੰਕਤੀ ਵਿੱਚ ਨਾਣਾ ਹੈ। ਨਾ ਹਉ ਨਾ ਤੂੰ ਨਹਿ ਛੁਟਹਿ, ਨਿਕਟ ਨਾ ਜਾਈਅਹੋ ਦੂਤ। ਫਿਰ ਧਿਆਨ ਰੱਖਣਾ, ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਉ ਨਾ ਤੂੰ ਨਹਿ ਛੁਟਹਿ, ਇਹ ਨਾਣੇ ਦਾ ਅਭਿਆਸ ਕਰਨਾ ਪਵੇਗਾ ਨਵੇਂ ਗੁਰਮੁਖਾਂ ਨੂੰ, ਤਾਂ ਜਾ ਕੇ ਇਹਦਾ ਉਚਾਰਨ ਸਹੀ ਹੋਏਗਾ। ਨਾ ਹਉ ਨਾ ਤੂੰ ਨਹਿ ਛੁਟਹਿ, ਨਿਕਟ ਨਾ ਜਾਈਅਹੋ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ,
ਹਰ ਦੇਹੁ ਨਾਨਕ ਕੇ ਮੀਤ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੁ ਨਾਨਕ ਕੇ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।